Good morning, dear students, and welcome to the English class. As we know, we are doing chapter number 2 from literature book, that is Career Choices of Today. So, in our previous video, we have discussed 2 points from this book, right? The first point was app developer, right? And second was social media influencer. Now we will take third point, data scientist. So what is data scientist? First of all, data scientist collects the information from various sites and improve it for the betterment of that various site. ठीक है, डाटा इंफॉर्मेशन कलैक्ट करता है डाटा साइंटिस्ट तो उन्होंने एनालाइज करता है मॉडिफिकेशन करता है कि बैटरमेंट वास्ते की किया जा सकता है पर्टिकुलर साइट ਲਈ ਜਿਹਦਾ ਵੀ ਉਹ ਡਾਟਾ ਕਲੈਕਟ ਕਰਦਾ ਆ If you love going through data to gather information, then being a data scientist is the perfect job for you. ਅਗਰ ਤੁਸੀਂ ਡਾਟਾ ਕਲੈਕਟ ਕਰਨਾ ਪਸੰਦ ਕਰਦੇ ਹੋ ਤਾਂ ਡਾਟਾ ਸਾਇੰਟਿਸਟ ਬਣਨਾ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਜੋਬ ਹੋਏਗੀ ਡਾਟਾ ਸਾਇੰਟਿਸਟ ਮੇਕ ਵੈਲਿਊ ਆਫ ਡਾਟਾ ਸਾਇੰਟਿਸਟ ਕੀ ਕਰਦਾ ਹੈ ਡਾਟਾ ਦੀ ਇਨਫੋਰਮੇਸ਼ਨ ਦੀ ਵੈਲਿਊ ਬਣਾਉਂਦਾ ਆ ਦੇ ਕਲੈਕਟ ਡਾਟਾ ਫਰੋਮ ਵੇਰੀਅਸ ਸੋਰਸਿਸ ਐਂਡ ਸਟੱਡੀ ਦੈਮ ਟੂ ਅੰਡਰਸਟੈਂਡ ਦਾ ਵਰਕਿੰਗ ਆਫ ਬਿਜ਼ਨਸ ਇਨ ਬੈਟਰ ਫੈਸ਼ਨ ਉਹ ਇਨਫੋਰਮੇਸ਼ਨ ਕਲੈਕਟ ਕਰਦੇ ਆ ਵੇਰੀਅਸ ਸੋਰਸਿਸ ਤੋਂ ਅਤੇ ਉਹਨੂੰ ਸਟੱਡੀ ਕਰਦੇ ਆ ਤਾਂ ਕਿ ਜਿਹੜੀ ਵੀ ਉਹ ਪਰਟੀਕੂਲਰ ਸੋਰਸਿਸ ਦਾ ਡਾਟਾ ਕਲੈਕਟ ਕੀਤਾ ਆ ਉਹਦੇ ਲਈ ਉਹ ਬਿਜ਼ਨਸ ਨੂੰ ਬੈਟਰ ਕੀਤਾ ਜਾ ਸਕੇ ਦਿਸ ਲੀਡਸ ਟੂ ਦਾ ਨੈਕਸਟ ਫੇਜ਼ ਇਹ ਉਹਨਾਂ ਨੂੰ ਅਗਲੇ ਪੱਧਰ 'ਤੇ ਲੈ ਕੇ ਜਾਂਦਾ ਆ ਵਿਚ ਇਜ਼ ਟੂ ਬਿਲਡ AI ਆਰਟੀਫਿਸ਼ੀਅਲ ਇੰਟੈਲੀਜੈਂਸ ਕੀ ਹੁੰਦਾ ਆ ਮੈਂ ਤੁਹਾਨੂੰ ਦੱਸਦੀ ਹਾਂ ਟੂਲਸ ਦੈਟ ਕੈਨ ਡੂ ਸਰਟਨ ਟਾਈਪਸ ਆਫ ਵਰਕ ਮੋਰ ਐਫੀਸ਼ੀਐਂਟਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਉਹ ਬਣਾਉਣ ਵਾਸਤੇ ਹੈਲਪਫੁਲ ਹੁੰਦਾ ਹੈ ਜਿਹੜਾ ਵੀ ਉਹ ਡਾਟਾ ਐਨਾਲਾਈਜ਼ ਕਰਦੇ ਆ ਜਾਂ ਉਹਦੇ ਵਿੱਚ ਮੋਡੀਫਿਕੇਸ਼ਨ ਕਰਦੇ ਆ ਫॉर द betterment as a data scientist one is required to create various learning based tools or process within the company ਇੱਕ ਡਾਟਾ ਸਾਇੰਟਿਸਟ ਬਣਨ ਵਾਸਤੇ ਇੱਕ ਇਨਸਾਨ ਨੂੰ ਚਾਹੀਦਾ ਆ ਕਿ ਉਹ ਲਰਨਿੰਗ ਬੇਸਡ ਟੂਲਸ ਜਾਂ ਪ੍ਰੋਸੈਸ ਜਿਹੜੀ ਕੰਪਨੀ ਦੇ ਨਾਲ ਰਿਲੇਟਡ ਹੋਏਗਾ ਉਹਨੂੰ ਕੀ ਆ ਐਨਾਲਾਈਜ਼ ਕਰ ਸਕੇ ਠੀਕ ਹੈ ਇੱਕ ਟਰਮ ਆਈ ਹੈ ਇਹਦੇ ਵਿੱਚ AI ਦੈਟ ਇਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਸੋ ਵਾਟ ਇਜ਼ AI ਹੁੰਦਾ ਆ ਕਿ ਜਦੋਂ ਆਪਾਂ ਮਸ਼ੀਨਾਂ ਨੂੰ ਆਰਟੀਫਿਸ਼ੀਅਲ ਮੀਨਸ ਨਕਲੀ ਇੰਟੈਲੀਜੈਂਸ ਮਤਲਬ ਸੂਝ-ਬੂਝ ਨਕਲੀ ਸ਼ਮਤਾ ਮਸ਼ੀਨਾਂ ਨੂੰ ਦੇ ਸਕਦੇ ਹਾਂ ਇਨਸਾਨਾਂ ਵਰਗੀਆਂ ਜਿੱਦਾਂ ਕਾਰ ਨੂੰ ਇਨਸਾਨ ਨਾ ਚਲਾਵੇ ਉਹਦੇ ਵਿੱਚ GPS ਲੱਗਾ ਹੋਵੇ ਐਡਰੈਸ ਫਿਲ ਕਰ ਦਿਓ ਅਤੇ ਉਹ ਕਾਰ ਆਪਣੇ ਆਪ ਤੁਹਾਨੂੰ ਭਰੇ ਹੋਏ ਐਡਰੈਸ 'ਤੇ ਪਹੁੰਚਾ ਦੇਗੀ ਰੋਬੋਟਸ ਵੀ ਇੱਦਾਂ ਹੀ ਆ ਕਿ ਰੋਬੋਟਸ ਨੂੰ ਤੁਸੀਂ ਕਮਾਂਡ ਦਿਓ ਅਤੇ ਉਹ ਕੀ ਕਰਦੇ ਨੇ ਉਹ ਫਿਰ ਇਨਸਾਨ ਦੀ ਤਰ੍ਹਾਂ ਕੰਮ ਕਰਦੇ ਆ ਠੀਕ ਹੈ ਦੈਟ ਇਜ਼ ਕਾਲਡ ਆਰਟੀਫਿਸ਼ੀਅਲ ਇੰਟੈਲੀਜੈਂਸ ਫੋਰਥ ਪੁਆਇੰਟ ਇਜ਼ ਕੰਟੈਂਟ ਡਿਵੈਲਪਰ ਕੰਟੈਂਟ ਫਸਟ ਆਫ ਆਲ ਕੀ ਹੁੰਦਾ ਆ ਕੰਟੈਂਟ ਹੁੰਦਾ ਆ ਕੁਛ ਇਨਫੋਰਮੇਸ਼ਨ ਰਿਟਨ ਫੋਰਮ ਦੇ ਵਿੱਚ ਉਹਨੂੰ ਕੀ ਆ ਆਪਾਂ ਅਪਲੋਡ ਕਰਦੇ ਹਾਂ ਔਨਲਾਈਨ ਕੰਪਿਊਟਰ ਦੇ ਵਿੱਚ ਜਾਂ ਫੋਨ ਦੇ ਵਿੱਚ ਠੀਕ ਹੈ ਕੰਟੈਂਟ ਮਤਲਬ ਮਟੀਰੀਅਲ ਕਿਸੇ ਨਾ ਕਿਸੇ ਚੀਜ਼ ਦੀ ਇਨਫੋਰਮੇਸ਼ਨ ਠੀਕ ਹੈ ਉਹਨੂੰ ਡਿਵੈਲਪ ਕਰਨ ਵਾਲਾ ਕੰਟੈਂਟ ਡਿਵੈਲਪਰ ਕਹਿੰਦਾ ਆ ਕੰਟੈਂਟ ਡਿਵੈਲਪਰਸ create content for podcast ebooks and text for graphics for websites content developer ਕਿਹਦੇ ਵਾਸਤੇ ਕੰਟੈਂਟ ਲਿਖਦਾ ਹੈ ਪੋਡਕਾਸਟ ebooks means electronic books podcast ਕੀ ਹੁੰਦਾ ਮੈਂ ਤੁਹਾਨੂੰ ਲੇਟਰ ਦੱਸਦੀ ਹਾਂ ਅਤੇ websites content writers or web content writers specialize in providing relevant content ਫॉर ਵੈਬਸਾਈਟਸ ਉਹ ਕੀ ਆ ਰੈਲੀਵੈਂਟ ਕੰਟੈਂਟ ਪ੍ਰੋਵਾਈਡ ਕਰਦੇ ਆ ਰੀਡਰ ਨੂੰ ਮੰਨ ਲਓ ਕਿਸੇ ਨੇ ਕਿਸੇ ਚੀਜ਼ ਦੀ ਇਨਫੋਰਮੇਸ਼ਨ ਲੈਣੀ ਆ ਠੀਕ ਹੈ ਕਿਸੇ ਪਰਟੀਕੂਲਰ ਚੀਜ਼ ਦੀ ਅਤੇ ਉਹ ਸਾਈਟ 'ਤੇ ਜਾਏਗਾ ਗੂਗਲ 'ਚ ਸਰਚ ਕਰੇਗਾ ਅਤੇ ਉਹਨੂੰ ਉਸ ਚੀਜ਼ ਦੀ ਕੀ ਆ ਇਨਫੋਰਮੇਸ਼ਨ ਪ੍ਰੋਵਾਈਡ ਹੋ ਜਾਏਗੀ Each website has a set target audience, hence the job of the content writer is to develop content that is able to highlight the salient points of the website to improve the site's SEO, that is search engine optimization. ਹੁਣ ਕੀ ਕਰਦੇ ਹਾਂ ਆਪਾਂ ਗੂਗਲ ਕਰਦੇ ਹਾਂ ਕਿਸੇ ਵੀ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਆ ਤਾਂ ਇਹਦਾ ਕਿ ਅੱਜ ਕੱਲ੍ਹ ਫੈਸ਼ਨ ਵੱਧ ਗਿਆ ਆ ਕਿਉਂਕਿ ਸਾਰਿਆਂ ਕੋਲ ਫੋਨ ਆ ਅਗਰ ਕਿਸੇ ਵੀ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਆ ਉਹ ਬੁੱਕਸ ਤੋਂ ਲੱਭਣ ਦੀ ਬਜਾਏ ਈ-ਬੁੱਕਸ ਨੂੰ ਸਰਚ ਕਰਦਾ ਆ ਫੋਨ ਦੇ ਵਿੱਚ ਜਾਂ ਕੰਪਿਊਟਰ ਦੇ ਵਿੱਚ ਜਾਂ ਫਿਰ ਕੀ ਕਰਦਾ ਆ ਕੰਪਿਊਟਰ 'ਤੇ ਜਾ ਕੇ ਬੇਸਿਕਲੀ ਜੋ ਵੀ ਇਨਫੋਰਮੇਸ਼ਨ ਹੁੰਦੀ ਉਹਨੂੰ ਸਰਚ ਕਰਦਾ ਹੈ ਠੀਕ ਹੈ ਸੋ ਇਹਦਾ ਕੀ ਅੱਜ ਕੱਲ੍ਹ ਜ਼ਿਆਦਾ ਸਕੋਪ ਆ ਇਹ ਵੀ ਤੁਹਾਡੇ ਲਈ ਬਹੁਤ ਵਧੀਆ ਜੋਬ ਦਾ ਇੱਕ ਆਪਸ਼ਨ ਹੈ ਠੀਕ ਹੈ SEO is the process of making a website visible to increase traffic
SEO ਇੱਕ ਤਰੀਕਾ ਆ ਜਿਹਦੇ ਨਾਲ ਤੁਸੀਂ ਕਿਸੇ ਪਰਟੀਕੂਲਰ ਵੈਬਸਾਈਟ ਦੇ ਉੱਤੇ ਟ੍ਰੈਫਿਕ, ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਕਿ ਲੋਕਾਂ ਦਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਭੀੜ ਦਾ ਜ਼ਿਆਦਾ ਤੋਂ ਜ਼ਿਆਦਾ ਕਿਸੇ ਚੀਜ਼ ਨੂੰ ਵਿਜ਼ਿਟ ਕਰਨਾ, ਕਿਸੇ ਚੀਜ਼ ਲਈ ਸਰਚ ਕਰਨਾ, ਠੀਕ ਹੈ। ਟ੍ਰੈਫਿਕ, ਦੈਟ ਇਜ਼ ਕਾਲਡ ਟ੍ਰੈਫਿਕ, ਠੀਕ ਹੈ। ਸੋ ਇਸ ਤਰ੍ਹਾਂ SEO ਹੈਲਪ ਕਰਦਾ ਆ ਕਿਸੇ ਪਰਟੀਕੂਲਰ ਵੈਬਸਾਈਟ ਦੇ ਉੱਤੇ ਲੋਕਾਂ ਦੀ ਭੀੜ ਜੋ ਉਸ ਚੀਜ਼ ਨੂੰ ਦੇਖੇ, ਠੀਕ ਹੈ। ਲਾਈਕ ਤੁਸੀਂ ਗੂਗਲ ਕਰਦੇ ਹੋ ਕਿਸੇ ਚੀਜ਼ ਨੂੰ, ਹੁਣ ਕਿਸੇ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ, ਉਹ ਸਿਰਫ ਤੁਹਾਨੂੰ ਇਕੱਲਿਆਂ ਨੂੰ ਨਹੀਂ ਚਾਹੀਦੀ, ਬਹੁਤ ਸਾਰੇ ਲੋਕਾਂ ਨੇ ਉਸ ਚੀਜ਼ ਦੀ ਇਨਫੋਰਮੇਸ਼ਨ ਲਈ ਹੋਣੀ ਆ। ਫੋਰ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ ਕਿਸੇ ਚੀਜ਼ ਦੀ ਤੁਸੀਂ ਰੈਸਿਪੀ ਸਰਚ ਕੀਤੀ ਆ, ਠੀਕ ਹੈ, ਕੋਈ ਡਿਸ਼ ਬਣਾਉਣ ਵਾਸਤੇ, ਉਸੇ ਰੈਸਿਪੀ ਨੂੰ ਬਹੁਤ ਸਾਰੇ ਲੋਕਾਂ ਨੇ ਹੋਰ ਵੀ ਸਰਚ ਕੀਤਾ ਹੈ, ਠੀਕ ਹੈ। ਉਹਦੇ ਨਾਲ ਕੀ ਹੁੰਦਾ, ਟ੍ਰੈਫਿਕ ਇਨਕਰੀਜ਼ ਹੁੰਦੀ ਆ। ਸੋ ਇੱਕ ਵਰਡ ਆਇਆ ਪੋਡਕਾਸਟ। ਪੋਡਕਾਸਟ ਬੇਸਿਕਲੀ ਕੀ ਹੁੰਦਾ ਆ, ਆਡੀਓ ਫਾਈਲਸ ਹੁੰਦੀਆਂ ਆ। ਲਾਈਕ ਜਿੱਦਾਂ ਸੀਰੀਅਲ ਹੁੰਦੇ ਨਾ, ਸੀਰੀਅਲ ਦੇ ਅਲੱਗ-ਅਲੱਗ ਐਪੀਸੋਡਸ ਆਉਂਦੇ ਆ, ਇਹਦੇ ਵਿੱਚ ਵੀ ਅਲੱਗ-ਅਲੱਗ ਐਪੀਸੋਡਸ ਆਉਂਦੇ ਆ, ਬਟ ਇਹਦੇ ਵਿੱਚ ਤੁਸੀਂ ਫੋਟੋ ਨਹੀਂ ਦੇਖ ਸਕਦੇ, ਵੀਡੀਓ ਨਹੀਂ ਹੁੰਦੀ, ਇਹਦੇ ਵਿੱਚ ਤੁਸੀਂ ਆਡੀਓ ਹੀ ਸੁਣ ਸਕਦੇ ਹੋ। ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਆ ਪੋਡਕਾਸਟ ਦਾ, FM ਅਗਰ ਸੁਣਦੇ ਹੋ, ਯਾਦੋਂ ਕਾ ਇਡੀਅਟ ਬਾਕਸ ਵਿਦ ਨਿਲੇਸ਼ ਮਿਸਰਾ 92.7 ਬਿਗ FM 'ਤੇ ਆਉਂਦਾ ਹੈ, ਠੀਕ ਹੈ। ਸੋ ਈ ਬੁੱਕਸ ਕੀ ਹੁੰਦੀਆਂ ਨੇ, ਇਲੈਕਟ੍ਰੋਨਿਕ ਬੁੱਕਸ ਜਿਹੜੀਆਂ ਕੰਪਿਊਟਰ ਜਾਂ PC 'ਤੇ ਤੁਸੀਂ ਪੜ੍ਹ ਸਕਦੇ ਹੋ, ਉਹਨੂੰ ਆਪਾਂ ਹਾਰਡ ਕਾਪੀ ਵੀ ਕਹਿੰਦੇ ਹਾਂ, ਠੀਕ ਹੈ। ਸੋ website content writing aims at making the content of the website to be relevant to its readers and target audience। ਵੈਬਸਾਈਟ ਕੰਟੈਂਟ ਦਾ ਜਿਹੜਾ ਰਾਈਟਰ ਹੁੰਦਾ ਹੈ ਉਹਦਾ ਏਮ ਕੀ ਹੁੰਦਾ ਹੈ ਕੁਛ ਲਿਖਣ ਦਾ, ਤਾਂ ਕਿ ਉਹ ਰੀਡਰਸ ਨੂੰ ਕੀ ਆ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕੇ। ਰੀਡਰਸ ਹੀ ਉਹਦੇ ਟਾਰਗੇਟਸ ਹੁੰਦੇ ਆ, ਆਡੀਅੰਸ ਹੀ ਉਹਦੇ ਟਾਰਗੇਟਸ ਹੁੰਦੇ ਆ। ਦੇ ਮਸਟ ਇਨਸ਼ੋਰ ਦੈਟ ਸਰਚੇਬਿਲਿਟੀ ਇੰਡੀਕੇਟਸ ਯੂਸੇਜ ਆਫ keywords to help search engines direct users to websites that meet the criteria of their search। ਹੁਣ ਸਰਚੇਬਿਲਿਟੀ ਨੂੰ ਚੰਗੀ ਤਰ੍ਹਾਂ ਹੀ ਕੀਵਰਡ ਦੇ ਨਾਲ ਹੀ ਮਿਲ ਸਕੇ। ਹੁਣ ਮੰਨ ਲਓ ਜਦੋਂ ਤੁਸੀਂ ਗੂਗਲ ਕਰਦੇ ਹੋ ਕੋਈ ਚੀਜ਼, ਠੀਕ ਹੈ, ਮੰਨ ਲਓ ਤੁਸੀਂ ਇੱਕ ਪਰਟੀਕੂਲਰ ਵਰਡ ਕੋਈ ਉਹਦੇ ਵਿੱਚ ਲਿਖਿਆ, ਮੰਨ ਲਓ ਤੁਸੀਂ ਲਿਖਿਆ ਕੰਟੈਂਟ, ਠੀਕ ਹੈ, ਕੰਟੈਂਟ ਤੁਸੀਂ ਲਿਖ ਰਹੇ ਹੋ, ਤੁਸੀਂ ਕੰਟੈਂਟ ਡਿਵੈਲਪਰ ਲਿਖਣਾ, ਕੰਟੈਂਟ ਦੇ ਨੀਚੇ ਉਹਦੇ ਆਪਸ਼ਨਸ ਆ ਜਾਂਦੇ ਨਾ ਨੀਚੇ ਵਿੱਚ, ਕਦੀ ਤੁਸੀਂ ਅਗਰ ਗੂਗਲ ਕੀਤਾ ਹੋਵੇ ਉਹਦੇ ਨੀਚੇ ਬਹੁਤ ਸਾਰੇ ਆਪਸ਼ਨਸ ਆਉਂਦੇ, ਕੰਟੈਂਟ ਡਿਵੈਲਪਰ ਜਾਂ ਫਿਰ ਹੋਰ ਵੀ ਜੋ ਕੰਟੈਂਟ ਦੇ ਨਾਲ ਰਿਲੇਟਿਡ ਹੁੰਦੀਆਂ। ਕੀਵਰਡ ਦੇ ਨਾਲ ਹੀ ਗੂਗਲ ਤੁਹਾਨੂੰ ਅੱਗੇ ਤੋਂ ਅੱਗੇ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੰਦਾ ਹੈ, ਠੀਕ ਹੈ। ਸੋ ਕੰਟੈਂਟ ਕੈਨ ਬੀ ਰਿਟਨ ਫॉर ਅ ਮਲਟੀਟਿਊਡ ਆਫ ਪਰਪਸਿਸ ਐਂਡ ਇਨ ਵੇਰੀਡ ਫॉर्म ਸਚ ਐਸ। ਕੰਟੈਂਟ ਬਹੁਤ ਸਾਰੇ ਪਰਪਸਿਸ ਵਾਸਤੇ, ਉਦੇਸ਼ਾਂ ਵਾਸਤੇ ਲਿਖਿਆ ਜਾਂਦਾ ਹੈ। ਫੋਰ ਐਗਜ਼ਾਮਪਲ ਬਲੋਗਿੰਗ, ਈ ਬੁੱਕਸ, ਪ੍ਰੋਮੋਸ਼ਨਲ ਮੇਲਸ, brochures, writing white papers, newsletters, social media management and promotion flyers। ਇਹ ਕੀ ਹੁੰਦੇ ਆ, ਮੈਂ ਤੁਹਾਨੂੰ ਬਾਅਦ ਵਿੱਚ ਇਹਨਾਂ ਬਾਰੇ ਥੋੜ੍ਹੇ ਡਿਟੇਲ ਦੇ ਵਿੱਚ ਦੱਸਾਂਗੀ, ਠੀਕ ਹੈ। ਇਹਨਾਂ ਉਦੇਸ਼ਾਂ ਵਾਸਤੇ ਹੀ ਜਿਹੜਾ ਕੰਟੈਂਟ ਲਿਖਦਾ ਆ ਕੰਟੈਂਟ ਡਿਵੈਲਪਰ। As a content writer, it is imperative that you are able to build a connect between the content and the site pages and set the overall tone of the site। ਕੰਟੈਂਟ ਰਾਈਟਰ ਦਾ ਏਮ ਹੁੰਦਾ ਆ ਕਿ ਉਹ ਕਨੈਕਸ਼ਨ ਇੱਕ ਕ੍ਰੀਏਟ ਕਰਦਾ ਹੈ ਕਿ ਇਹਦੇ ਬਿਟਵੀਨ, ਕੰਟੈਂਟ ਦੇ ਬਿਟਵੀਨ ਅਤੇ ਪੇਜਿਸ ਦੇ ਬਿਟਵੀਨ, ਜੋ ਜਿਹੜੀ ਵੈਬਸਾਈਟ ਦੇ ਉੱਤੇ ਜਾਂ ਜਿਹੜੇ ਪੇਜ ਦੇ ਉੱਤੇ ਇਨਫੋਰਮੇਸ਼ਨ ਲਿਖੀ ਆ ਅਤੇ ਜਿਹੜਾ ਕੰਟੈਂਟ ਆ ਉਹਨਾਂ ਦੋਨਾਂ ਦੇ ਵਿੱਚ ਕਨੈਕਸ਼ਨ ਕ੍ਰੀਏਟ ਕਰਦਾ ਆ, ਠੀਕ ਹੈ। ਟੂ ਬੀ ਏਬਲ to do so successfully, you need to carry out extensive research to decide what information to include and what to exclude। ਅਤੇ ਉਹਨੂੰ ਕੰਟੈਂਟ ਡਿਵੈਲਪਰ ਨੂੰ ਇਹ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਕਿ ਕਿਹੜੀ ਚੀਜ਼ ਤੁਸੀਂ ਇੰਕਲੂਡ ਕਰਨੀ ਆ ਜਿਹੜੀ ਰੈਲੀਵੈਂਟ ਹੋਵੇ, ਜੋ ਵੀ ਸਰਚ ਕਰ ਰਿਹਾ ਆ, ਜੋ ਆਡੀਅੰਸ ਆ ਜਾਂ ਵਿਊਅਰ ਆ, ਰੀਡਰ, ਉਹਦੇ ਵਾਸਤੇ ਕਿਹੜੀ ਇਨਫੋਰਮੇਸ਼ਨ ਜਿਹੜੀ ਹੈ ਰੈਲੀਵੈਂਟ ਹੋਏਗੀ ਉਹਨੂੰ ਇੰਕਲੂਡ ਕਰਨਾ, ਕਿ ਇਹਨੂੰ ਐਕਸਕਲੂਡ ਹਟਾਉਣਾ ਆ, ਠੀਕ ਹੈ। To become a content writer, you must either have a degree in English, journalism, communication or creative writing। ਅਗਰ ਤੁਸੀਂ ਬਣਨਾ ਹੈ ਕੰਟੈਂਟ ਡਿਵੈਲਪਰ, ਉਹਦੇ ਵਾਸਤੇ ਤੁਹਾਡੇ ਕੋਲ ਜਾਂ ਤਾਂ ਇੰਗਲਿਸ਼ ਦੀ ਡਿਗਰੀ ਹੋਣੀ ਚਾਹੀਦੀ ਹੈ, ਜਰਨਲਿਜ਼ਮ, ਕਮਿਊਨੀਕੇਸ਼ਨ ਜਾਂ ਫਿਰ ਕ੍ਰੀਏਟਿਵ ਰਾਈਟਿੰਗ ਵਿੱਚ। Enrolling in electronic writing certificate programs can be helpful in enhancing your web designing and blogging skill। ਅਗਰ ਤੁਹਾਡੇ ਕੋਲ ਐਕਸਟਰਾ ਇੱਕ ਕੋਈ ਕਹਿ ਸਕਦੇ ਹਾਂ ਸਰਟੀਫਿਕੇਟ ਹੈਗਾ ਆ ਪ੍ਰੋਗਰਾਮਿੰਗ ਦਾ, ਉਹਦੇ ਨਾਲ ਤੁਹਾਡੀ ਵੈਬ ਦੇ ਉੱਤੇ ਡਿਜ਼ਾਇਨਿੰਗ ਕਰਨੀ ਮੀਨਸ ਕਿ ਉਹ ਅਟਰੈਕਟਿਵ ਲੱਗੇ ਵਿਊਅਰਸ ਨੂੰ, ਠੀਕ ਹੈ। ਬਲੋਗਿੰਗ ਸਕਿੱਲਸ, ਬਲੋਗਿੰਗ ਉੱਪਰ ਆਪਾਂ ਪੜ੍ਹਿਆ ਸੀ, ਬਲੋਗਿੰਗ ਤੁਹਾਨੂੰ ਦੱਸਾਂਗੀ। ਬਲੋਗਿੰਗ ਸਕਿੱਲਸ ਨੂੰ ਵੀ ਇੰਪਰੂਵ ਕਰਦਾ ਹੈ ਕੋਈ ਐਕਸਟਰਾ ਡਿਪਲੋਮਾ ਜਾਂ ਡਿਗਰੀ। ਇਹਨਾਂ ਸਾਰਿਆਂ ਤੋਂ ਇਲਾਵਾ ਜੋ ਆਪਾਂ ਉੱਪਰ ਪੜ੍ਹੇ, ਇੰਗਲਿਸ਼, ਜਰਨਲਿਜ਼ਮ
ਜਾਂ ਕਮਿਊਨੀਕੇਸ਼ਨ। ਇਨ ਸਮ ਕੇਸਿਸ ਇੰਪਲੋਇਰਸ ਮਾਈਟ ਕੰਡਕਟ ਅ ਰਿਟਨ ਟੈਸਟ ਟੂ ਚੈੱਕ ਯੂਰ ਗ੍ਰਾਮਰ ਸਕਿੱਲਸ। ਹੁਣ ਤੁਸੀਂ ਇੰਗਲਿਸ਼ ਦੇ ਵਿੱਚ ਕੰਟੈਂਟ ਲਿਖਣਾ ਹੈ ਜਾਂ ਫਿਰ ਕਿਸੇ ਪਰਟੀਕੂਲਰ ਲੈਂਗੁਏਜ ਦੇ ਵਿੱਚ ਲਿਖਣਾ। ਹੁਣ ਲੈਂਗੁਏਜ ਵਾਸਤੇ ਗ੍ਰਾਮਰ ਤਾਂ ਜ਼ਰੂਰੀ ਹੁੰਦੀ ਆ। ਸੋ ਗ੍ਰਾਮਰ ਜਿਹੜੇ ਸਕਿੱਲਸ ਆ ਤੁਹਾਡੇ ਵੀ ਚੈੱਕ ਕੀਤੇ ਜਾਂਦੇ ਜੋ ਤੁਹਾਨੂੰ ਜੋਬ ਦਿੱਤੀ ਗਈ ਹੋਵੇ, ਠੀਕ ਹੈ, ਜਾਂ ਦਿੱਤੀ ਜਾਣੀ ਹੋਵੇ। ਵੈਨ ਯੂ ਸਟਾਰਟ ਥਿੰਕਿੰਗ ਅਬਾਊਟ ਮੇਕਿੰਗ ਦਾ all important career choice, keep these present day career options in mind, and as they open a whole new world of opportunity as well as widen the playing field, do not limit yourself or get bogged down by the what others are following। ਕਹਿੰਦੇ ਕਿ ਅਗਰ ਤੁਸੀਂ ਕਰੀਅਰ ਚੋਇਸ ਕਰਨਾ ਹੈ, ਇਹਨਾਂ ਸਾਰੇ ਪੁਆਇੰਟਸ ਨੂੰ ਜੋ ਇਸ ਚੈਪਟਰ ਦੇ ਵਿੱਚ ਦਿੱਤੇ ਉਹਨਾਂ ਦੀ ਤੁਸੀਂ ਹੈਲਪ ਲੈ ਸਕਦੇ ਹੋ, ਠੀਕ ਹੈ, ਕਿਉਂਕਿ ਅੱਜ ਕੱਲ੍ਹ ਇਹਨਾਂ ਹੀ ਚੀਜ਼ਾਂ ਦਾ ਜ਼ਿਆਦਾ ਸਕੋਪ ਹੈ। ਅਤੇ ਆਪਣੇ ਆਪ ਨੂੰ ਲਿਮਿਟ ਨਾ ਕਰੋ ਕਿ ਬਾਕੀ ਕੀ ਕਰ ਰਿਹਾ ਮੈਂ ਵੀ ਉਹੀ ਕਰਨਾ, ਜੋ ਤੁਸੀਂ ਚਾਹੁੰਦੇ ਉਹੀ ਕਰਨਾ। ਟਰਾਈ ਨੋਟ ਟੂ ਬੀ ਪਾਰਟ ਆਫ ਹਰਡ ਬਟ ਬੀ ਬਰੇਵ ਟੂ ਟੇਕ ਦੈਟ ਲੀਪ ਆਫ ਫੇਥ ਦੈਟ ਵਿਲ ਮੇਕ ਯੂ ਦ ਲੀਡਰ are meant to be। Put your thinking caps on and develop the skills that will make you an asset for any institution or company। ਆਪਣੇ ਆਪ ਨੂੰ ਭੀੜ ਦਾ ਹਿੱਸਾ ਨਾ ਬਣਾਓ, ਜੋ ਤੁਸੀਂ ਕਰਨਾ ਚਾਹੁੰਦੇ ਉਹੀ ਕਰੋ। ਹਮੇਸ਼ਾ ਸੋਚਣ ਦੀ ਸ਼ਮਤਾ ਨੂੰ ਜਿਹੜਾ ਆ ਔਨ ਰੱਖੋ, ਆਪਣੇ ਆਪ ਨੂੰ ਲਿਮਿਟ ਨਾ ਕਰੋ। ਜੋ ਤੁਸੀਂ ਚਾਹੁੰਦੇ ਹੋ ਇੱਕ ਕੰਪਨੀ ਵਾਸਤੇ, ਇੰਸਟੀਟਿਊਸ਼ਨ ਵਾਸਤੇ ਤੁਸੀਂ ਆਪਣੇ ਸਕਿੱਲਸ ਦੇ ਨਾਲ ਕੀ ਹੈਲਪ ਕਰ ਸਕਦੇ ਹੋ ਉਹਨਾਂ ਦੀ, ਉਹਦੇ ਬਾਰੇ ਹੀ ਸੋਚੋ, ਨਾ ਕਿ ਇਹ ਸੋਚੋ ਕਿ ਬਾਕੀ ਕੀ ਚੂਜ਼ ਕਰ ਰਿਹਾ ਮੈਂ ਵੀ ਉਹੀ ਚੂਜ਼ ਕਰਨਾ। ਜੋ ਤੁਹਾਡਾ ਇੰਟਰਸਟ ਆ ਉਹਨੂੰ ਹੀ ਤੁਸੀਂ ਚੂਜ਼ ਕਰਨਾ ਹੈ, ਠੀਕ ਹੈ। ਸੋ ਹੁਣ ਆਪਾਂ ਉੱਪਰ ਕੁਛ ਪੁਆਇੰਟਸ ਪੜ੍ਹੇ ਨੇ, ਬਲੋਗਿੰਗ, ਈ ਬੁੱਕਸ, ਪ੍ਰਮੋਸ਼ਨਲ ਮੇਲਸ, ਹੈ ਨਾ। ਇਹਨਾਂ ਬਾਰੇ ਥੋੜ੍ਹਾ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੀ। ਸੋ ਫਸਟ ਵਨ ਵਾਜ਼ ਬਲੋਗਿੰਗ। ਬਲੋਗਿੰਗ ਕੀ ਹੁੰਦੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਜਾਣਨਾ ਜ਼ਰੂਰੀ ਹੈ। ਬਲੋਗ ਹੁੰਦਾ ਆ ਇੱਕ ਵੈਬਸਾਈਟ ਦੀ ਤਰ੍ਹਾਂ ਹੀ ਹੁੰਦਾ ਆ, ਬਟ ਇਹ ਵੈਬਸਾਈਟ ਤੋਂ ਥੋੜ੍ਹਾ ਅਲੱਗ ਹੁੰਦਾ ਆ, ਠੀਕ ਹੈ। ਅਤੇ ਬਲੋਗ ਦੇ ਵਿੱਚ ਤੁਸੀਂ ਕੀ ਕਰਦੇ ਹੋ, ਕਿਸੇ ਪਰਟੀਕੂਲਰ ਚੀਜ਼ ਦੀ ਇਨਫੋਰਮੇਸ਼ਨ ਜਾ ਕੇ ਅਪਲੋਡ ਕਰਦੇ ਹੋ ਔਨਲਾਈਨ, ਠੀਕ ਹੈ। ਸੋ ਉਹਨੂੰ ਬਲੋਗ ਕਿਹਾ ਜਾਂਦਾ ਆ। ਹੁਣ ਬਲੋਗ ਦੇ ਵਿੱਚ ਕਿਸੇ ਵੀ ਟਾਈਪ ਦੀ ਇਨਫੋਰਮੇਸ਼ਨ ਹੋ ਸਕਦੀ ਆ, ਬਲੋਗ ਅਲੱਗ-ਅਲੱਗ ਤਰੀਕੇ ਦੇ ਹੁੰਦੇ ਆ, ਠੀਕ ਹੈ। ਸੋ ਬਲੋਗ ਦੇ ਉੱਤੇ ਇਨਫੋਰਮੇਸ਼ਨ ਜਿਹੜਾ ਅਪਲੋਡ ਕਰਦਾ ਆ, ਇਨਫੋਰਮੇਸ਼ਨ ਅਪਲੋਡ ਕਰਨ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਆ, ਬਲੋਗਿੰਗ ਕਿਹਾ ਜਾਂਦਾ ਆ, ਠੀਕ ਹੈ। ਸੋ ਇਹ ਹੁੰਦੀ ਆ ਬਲੋਗਿੰਗ, ਕਿ ਇਨਫੋਰਮੇਸ਼ਨ ਜਾ ਕੇ ਕਿਸੇ ਬਲੋਗ ਦੇ ਉੱਤੇ ਅਪਡੇਟ ਕਰਨੀ। ਬਲੋਗ ਬਹੁਤ ਤਰੀਕੇ ਦੇ ਹੁੰਦੇ ਆ, ਉਹਦੇ 'ਤੇ ਇਨਫੋਰਮੇਸ਼ਨ ਅਪਲੋਡ ਕਰਨੀ ਉਹਨੂੰ ਕਿਹਾ ਜਾਂਦਾ ਆ ਬਲੋਗਿੰਗ, ਠੀਕ ਹੈ। ਈ ਬੁੱਕਸ ਕੀ ਹੁੰਦੀਆਂ ਨੇ, ਨੈਕਸਟ ਸੀਗਾ। ਈ ਬੁੱਕਸ ਹੁੰਦੀਆਂ ਨੇ ਇਲੈਕਟ੍ਰੋਨਿਕ ਬੁੱਕਸ, ਜਿਹਨੂੰ ਆਪਾਂ ਹਾਰਡ ਕਾਪੀਜ਼ ਦੇ ਰੂਪ ਵਿੱਚ ਯੂਜ਼ ਕਰਦੇ ਹਾਂ, ਮੋਬਾਈਲ 'ਤੇ ਯੂਜ਼ ਕਰ ਸਕਦੇ ਹਾਂ, ਫੋਨ 'ਤੇ ਯੂਜ਼ ਕਰ ਸਕਦੇ ਹਾਂ। ਥਰਡ ਪੁਆਇੰਟ ਵਾਜ਼ ਪ੍ਰਮੋਸ਼ਨਲ ਮੇਲ। ਕਿਸੇ ਚੀਜ਼ ਦੀ ਪ੍ਰਮੋਸ਼ਨ ਕਰਨ ਵਾਸਤੇ ਈਮੇਲ ਸੈਂਡ ਕਰਨਾ ਉਹਨੂੰ ਕਿਹਾ ਜਾਂਦਾ ਹੈ ਪ੍ਰਮੋਟ, ਮਤਲਬ ਉਹਦਾ ਵਾਧਾ ਕਰਨ ਵਾਸਤੇ, ਠੀਕ ਹੈ, ਉਹਦੀ ਮਸ਼ਹੂਰੀ ਕਰਨ ਵਾਸਤੇ ਕਹਿ ਸਕਦੇ ਹਾਂ। ਥਰਡ ਨੈਕਸਟ ਵਾਜ਼ ਬਰੋਸ਼ਰਸ ਹੁੰਦੇ ਆ ਪੈਂਫਲੇਟਸ ਬੇਸਿਕਲੀ, ਠੀਕ ਹੈ। ਅਤੇ ਇਹ ਯੂਜ਼ ਕੀਤੇ ਜਾਂਦੇ ਆ ਕਿਸੇ ਚੀਜ਼ ਦੀ ਐਡ ਦੇਣ ਵਾਸਤੇ, ਜਾਂ ਫਿਰ ਕਿਸੇ ਚੀਜ਼ ਦੀ ਇਨਫੋਰਮੇਸ਼ਨ ਦੇਣ ਵਾਸਤੇ, ਜਾਂ ਕਿਸੇ ਪ੍ਰੋਡਕਟ ਦੀ ਇਨਫੋਰਮੇਸ਼ਨ ਦੇਣ ਵਾਸਤੇ। ਨੈਕਸਟ ਪੁਆਇੰਟ ਵਾਜ਼ ਰਾਈਟਿੰਗ ਵਾਈਟ ਪੇਪਰਸ। ਕਿਸੇ ਪੇਪਰਸ ਦੇ ਉੱਤੇ ਜਾ ਕੇ ਤੁਸੀਂ ਜਦੋਂ ਇਨਫੋਰਮੇਸ਼ਨ ਅਪਲੋਡ ਕਰਦੇ ਕਿਸੇ ਪਰਟੀਕੂਲਰ ਟੋਪਿਕ ਨੂੰ ਲੈ ਕੇ। ਨੈਕਸਟ ਵਾਜ਼ ਦ ਨਿਊਜ਼ ਲੈਟਰ ਦੇ ਵਿੱਚ ਵੀ ਤੁਸੀਂ ਇਨਫੋਰਮੇਸ਼ਨ ਹੀ ਪ੍ਰੋਵਾਈਡ ਕਰਦੇ ਹੋ ਕਿਸੇ ਪਰਟੀਕੂਲਰ ਚੀਜ਼ ਨੂੰ ਲੈ ਕੇ। ਐਂਡ ਨੈਕਸਟ ਵਾਜ਼ ਸੋਸ਼ਲ ਮੀਡੀਆ ਮੈਨੇਜਮੈਂਟ। ਸੋਸ਼ਲ ਮੀਡੀਆ ਨੂੰ ਮੈਨੇਜ ਕਰਨ ਦੇ ਸਕਿੱਲਸ ਨੂੰ ਸੋਸ਼ਲ ਮੀਡੀਆ ਮੈਨੇਜਮੈਂਟ ਕਿਹਾ ਜਾਂਦਾ, ਜਾਂ ਫਿਰ ਡਿਵੈਲਪਮੈਂਟ ਵੀ ਕੀਤੀ ਜਾਂਦੀ ਹੈ, ਉਹਨੂੰ ਕਿਹਾ ਜਾਂਦਾ ਹੈ ਇਸ ਚੀਜ਼ ਨੂੰ, ਠੀਕ ਹੈ। ਦੈਨ ਲਾਸਟ ਵਾਜ਼ ਫਲਾਇਰਸ ਵੀ ਪੈਂਪਲੇਟਸ ਹੁੰਦੇ ਆ। ਅਤੇ ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਬਰੋਸ਼ਰਸ ਵੀ ਪੈਂਪਲੇਟਸ ਹੁੰਦੇ ਆ, ਫਿਰ ਦੋਨਾਂ ਦੇ ਵਿੱਚ ਫ਼ਰਕ ਕੀ ਹੋਇਆ ਫਲਾਇਰਸ ਐਂਡ ਬਰੋਸ਼ਰਸ ਦੇ ਵਿੱਚ, ਠੀਕ ਹੈ। ਇੱਕ ਬਹੁਤ ਵੱਡਾ ਫ਼ਰਕ ਹੁੰਦਾ ਹੈ ਕਿ ਜਿਹੜੇ ਬਰੋਸ਼ਰਸ ਹੁੰਦੇ ਆ ਉਹਨੂੰ ਤੁਸੀਂ ਫੋਲਡ ਕਰ ਸਕਦੇ ਹੋ, ਉਹਦੇ ਮਲਟੀਪਲ ਲੇਅਰਸ ਹੁੰਦੀਆਂ ਨੇ। ਫੋਰ ਐਗਜ਼ਾਮਪਲ ਆ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਤੇ ਡਿਪਿਕਟ ਹੋ ਰਹੀਆਂ, ਇਹਦੇ ਮਲਟੀਪਲ ਫੋਲਡਸ ਨੇ, ਤੁਸੀਂ ਇਹਨਾਂ ਨੂੰ ਫੋਲਡ ਕਰ ਸਕਦੇ ਹੋ, ਠੀਕ ਹੈ। ਇਹ ਬਰੋਸ਼ਰਸ ਦੀਆਂ ਐਗਜ਼ਾਮਪਲਸ ਆ, ਇਹਦੇ 'ਤੇ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਆ, ਇਹ ਵੀ ਬਰੋਸ਼ਰਸ ਦੀ ਐਗਜ਼ਾਮਪਲ ਆ। ਐਂਡ ਔਨ ਦੀ ਅਦਰ ਹੈਂਡ ਫਲਾਇਰਸ ਜਿਹੜੇ ਹੁੰਦੇ ਆ ਉਹ ਸਿੰਗਲ ਪੇਜ ਹੀ ਹੁੰਦਾ ਆ, ਉਹਨੂੰ ਫੋਲਡ ਤੁਸੀਂ ਨਹੀਂ ਕਰ ਸਕਦੇ, ਉਹਦੇ ਅੱਗੇ ਪਿੱਛੇ ਇਨਫੋਰਮੇਸ਼ਨ ਜ਼ਰੂਰ ਹੁੰਦੀ ਆ ਬਟ ਯੂ ਕਾਂਟ ਫੋਲਡ ਦੈਮ, ਠੀਕ ਹੈ। ਸੋ ਇਹ ਹੁੰਦਾ ਆ ਫ਼ਰਕ ਬਰੋਸ਼ਰਸ ਐਂਡ ਫਲਾਇਰਸ ਦੇ ਵਿੱਚ। So this was all about your chapter. Now we will discuss about the back exercise. Screen ਦੇ ਉੱਤੇ ਤੁਹਾਡੇ back exercise fill-ups highlight ਹੋ ਰਹੇ ਨੇ। ਵੀਡੀਓ ਨੂੰ ਪੌਜ਼ ਕਰੋ, ਸੋਚੋ ਕਿ ਕੀ ਇਹਨਾਂ ਦੇ ਆਨਸਰਸ ਹੋ ਸਕਦੇ ਆ।
Think. Now check your answers. First was app developers, then millennials, data scientists, content developers, web designing, and blogging. ठीक है. Next question answers. First question is, what according to this passage is one of the most difficult choices one has to make? Why? ਕੀ ਕਹਿੰਦੇ ਕਿ ਕਿਸੇ ਇਸ ਚੈਪਟਰ ਦੇ ਅਕੋਰਡਿੰਗ ਕਿਸੇ ਵਾਸਤੇ ਸਭ ਤੋਂ ਮੁਸ਼ਕਿਲ ਕੰਮ ਕੀ ਆ ਅਤੇ ਕਿਉਂ ਆ? Answer is, according to this passage, choosing a career is one of the most difficult choices one has to make. ਕਿਸੇ ਦਾ ਆਪਣੇ ਕਰੀਅਰ ਨੂੰ ਚੂਜ਼ ਕਰਨਾ ਸਭ ਤੋਂ ਮੁਸ਼ਕਿਲ ਕੰਮ ਆ. As we know, the world is changing at a very fast pace. ਆਪਾਂ ਪੜ੍ਹਿਆ ਨਾ ਚੈਪਟਰ ਵਿੱਚ ਕਿ ਜ਼ਮਾਨਾ ਜੋ ਬੜੀ ਤੇਜ਼ੀ ਦੇ ਨਾਲ, ਬੜੀ ਰਫਤਾਰ ਦੇ ਨਾਲ ਵੱਧ ਰਿਹਾ ਆ. ਠੀਕ ਹੈ. ਬਦਲ ਰਿਹਾ ਆ. ਦੇਅਰ ਇਜ਼ ਕੰਪੀਟੀਸ਼ਨ ਇਨ ਮੈਨੀ ਫੀਲਡਸ. ਹਰੇਕ ਖੇਤਰ ਦੇ ਵਿੱਚ ਕੰਪੀਟੀਸ਼ਨ ਆ, ਦੌੜ ਲੱਗੀ ਹੋਈ ਆ. ਸੋ ਇਟ ਇਜ਼ ਡਿਫੀਕਲਟ ਫॉर ਸਮਵਨ ਟੂ ਚੂਜ਼ ਦਾ ਕਰੀਅਰ. ਸੋ ਸਾਰੇ ਕੀ ਆ, ਕਨਫਿਊਜ਼ ਆ ਕਿ ਉਹ ਕਿਹੜਾ ਕਰੀਅਰ ਜਿਹੜਾ ਆ ਚੂਜ਼ ਕਰਨ, ਕਿਹੜਾ ਕਰੀਅਰ ਉਹਨਾਂ ਦੇ ਜੋ ਆ ਸਹੀ ਹੋ ਸਕਦਾ ਆ. ਬਹੁਤ ਹੀ ਕਨਫਿਊਜ਼ ਨੇ ਲੋਕ ਕਿ ਕੀ ਕਰ ਸਕਦੇ ਹਾਂ, ਕਿੱਦਾਂ ਆਪਾਂ ਕਰੀਅਰ ਆਪਣਾ ਚੂਜ਼ ਕਰੀਏ. ਠੀਕ ਹੈ. ਸੋ ਇਹ ਕੁਐਸਚਨ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਲਿਖ ਲੈਣਾ ਹੈ ਚੰਗੀ ਤਰ੍ਹਾਂ. ਠੀਕ ਹੈ. ਨੈਕਸਟ ਕੁਐਸਚਨ ਇਜ਼, what makes the job of an app developer a great career option? ਕਹਿੰਦੇ ਕਿ ਕਿਹੜਾ ਜਿਹੜਾ ਇੱਕ ਐਪ ਡਿਵੈਲਪਰ ਆ, ਠੀਕ ਹੈ, ਉਹਦੀ ਜੋਬ ਨੂੰ ਕਿਹੜੀ ਚੀਜ਼ ਜਿਹੜੀ ਆ ਵਧੀਆ ਬਣਾਉਂਦੀ ਆ? The job of an app developer gives a chance to the developer to design something new and fresh. ਹੁਣ ਐਪ ਡਿਵੈਲਪਰ ਨੂੰ ਆਪਾਂ ਪਿੱਛੇ ਪੁਆਇੰਟਸ ਪੜ੍ਹੇ ਸੀਗੇ ਨਾ ਚੈਪਟਰ ਦੇ ਵਿੱਚ ਕਿ ਕੀ ਐਪ ਡਿਵੈਲਪਰ ਨੂੰ ਪ੍ਰੋਵਾਈਡ ਹੁੰਦਾ ਹੈ ਜਦੋਂ ਐਪ ਡਿਵੈਲਪਰ ਬਣਦਾ ਹੈ, ਕਿ ਉਹ ਆਪਣੀ ਕ੍ਰੀਏਟੀਵਿਟੀ ਨੂੰ ਸ਼ੋਅ ਕਰੇ, ਜੋ ਉਹਦੇ ਨਵੇਂ ਆਈਡੀਆਜ਼ ਆ, ਫਰੈਸ਼ ਆਈਡੀਆਜ਼ ਆ, ਉਹਨੂੰ ਡਿਜ਼ਾਈਨ ਕਰੇ. ਇਟ ਪ੍ਰੋਵਾਈਡਸ ਐਨ ਓਪਰਚੁਨਿਟੀ ਟੂ ਰੀਇਨਵੈਂਟ ਦਾ ਵੇ ਟੈਕਨੋਲੋਜੀ ਇਜ਼ ਯੂਜ਼. ਟੈਕਨੋਲੋਜੀ ਨੂੰ ਰੀਇਨਵੈਂਟ ਕਰਨ ਦੀ ਸ਼ਮਤਾ ਦਿੰਦਾ ਆ ਐਪ ਡਿਵੈਲਪਰ ਜਦੋਂ ਅਸੀਂ ਬਣਦੇ ਹਾਂ. ਦੈਟ ਇਜ਼ ਹਾਊ ਇਟ ਇਜ਼ ਅ ਗ੍ਰੇਟ ਕਰੀਅਰ ਆਪਸ਼ਨ. ਇਸੇ ਲਈ ਇਹ ਕੀ ਆ, ਇੱਕ ਗ੍ਰੇਟ ਕਰੀਅਰ ਆਪਸ਼ਨ ਆ ਐਪ ਡਿਵੈਲਪਰ ਬਣਨ ਵਾਸਤੇ. ਠੀਕ ਹੈ. ਸੋ ਇਹ ਦੋ ਕੁਐਸਚਨ ਸੀਗੇ, ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਐਂਡ ਬੈਕ ਐਕਸਰਸਾਈਜ਼ ਆਪਣੀ ਨੋਟਬੁੱਕ ਦੇ ਉੱਤੇ ਨੋਟ ਡਾਊਨ ਕਰ ਲੈਣੇ ਆ. ਸੋ ਨੈਕਸਟ ਕੁਐਸਚਨਸ ਹੈਗੇ ਆ ਤੁਹਾਡੀ ਬੁੱਕ ਦੇ ਵਿੱਚ, ਹੋਰ ਇੱਥੇ ਡਿਸਪਲੇ ਹੋ ਰਹੇ ਨੇ ਸਕਰੀਨ ਦੇ ਉੱਤੇ. ਇਹ ਤੁਸੀਂ ਖੁਦ ਕਰਨੇ ਨੇ, ਥਿੰਕ ਐਂਡ ਆਨਸਰ ਵਾਲੇ ਪਾਰਟ ਸੀ ਦੇ, ਕਿਉਂਕਿ ਇਹਦੇ ਆਨਸਰ ਅਲੱਗ ਅਲੱਗ ਹੋਣੇ, ਅਕੋਰਡਿੰਗ ਟੂ ਯੂ ਹੋਣੇ ਆ. So with this we are done with this chapter number 2 of literature book. Keep learning and stay home, stay safe. Thank you.